ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਾ ਆਪਾਂ ਲੀਗਲ ਇਨਵਾਇਰਮੈਂਟ ਕਰ ਰਹੇ ਸੀ ਅਤੇ ਮੈਂ ਤੁਹਾਨੂੰ ਲੀਗਲ ਇਨਵਾਇਰਮੈਂਟ ਦਾ ਦੱਸਿਆ ਸੀ ਕਿ ਲੀਗਲ ਇਨਵਾਇਰਮੈਂਟ ਉਹ ਵਾਲਾ ਇਨਵਾਇਰਮੈਂਟ ਹੁੰਦਾ ਵਾ ਜਿਹੜਾ ਲਾਅ ਦੇ ਉੱਤੇ ਡਿਪੈਂਡ ਹੁੰਦਾ। ਐਂਡ ਲਾਅ ਕੌਣ ਦੱਸਦਾ ਵਾ? ਆਪਾਂ ਨੂੰ ਕੋਰਟ ਦੱਸਦੀ ਹੈ, ਠੀਕ ਆ ਨਾ, ਜਾਂ ਲਾਇਰ ਜਾਂ ਕੋਰਟ ਦੱਸਦੀ ਹੈ। ਸੋ ਜਿਹੜੀ ਲਾਜ਼ ਬਣਾਏ ਗਏ ਨੇ ਗੌਰਮੈਂਟ ਨੇ ਬਣਾਏ ਹੁੰਦੇ ਨੇ ਅਤੇ ਉਹ ਦੈਟ ਮੀਨਸ ਕਿ ਉਹ ਯੂ ਸ਼ੁੱਡ ਹੈਵ ਟੂ ਫੋਲੋ, ਤਾਂ ਹੀ ਤੁਸੀਂ ਇੱਕ ਸਕਸੈਸਫੁਲ ਬਿਜ਼ਨਸਮੈਨ ਬਣ ਸਕਦੇ ਜੋ। ਆਪਾਂ ਇਹਦੇ 3-4 ਲਾਈਨਸ ਕੀਤੀਆਂ ਸੀ, ਅੱਗੇ ਆਪਾਂ ਕਰਨਾ ਹੈ। ਦੇਖੋ ਇੱਥੋਂ, legal environment includes factors like laws passed and implemented by the government, constitutional laws, administrative orders given by government officer, judgments given by judiciary, judgments given by various judicial commissions. Judicial commissions ਹੁੰਦੇ ਆ supreme court, high court, ਠੀਕ ਆ ਜੀ, judicial commissions, ਠੀਕ ਆ, and rules made by the government. Business enterprise have to work in accordance with the laws। ਕਹਿੰਦੇ ਕਿ obviously ਜਿਹੜੇ ਬਿਜ਼ਨਸਮੈਨ ਆ ਉਹਨੂੰ ਕਿਹਦੇ ਅਕੋਰਡਿੰਗ ਚੱਲਣਾ ਚਾਹੀਦਾ? ਲਾਜ਼ ਦੇ ਅਕੋਰਡਿੰਗ ਚੱਲਣਾ ਚਾਹੀਦਾ ਵਾ, ਜਿੱਦਾਂ ਕਿ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ ਅਕੋਰਡਿੰਗ। ਇਫ ਕਹਿੰਦੇ ਕਿ ਇਫ ਦ ਬਿਜ਼ਨਸ ਐਂਟਰਪ੍ਰਾਈਜ਼ ਡੂ ਨਾਟ ਫੋਲੋ ਦ ਪ੍ਰੀਵੇਲੈਂਟ ਲਾਜ਼ ਐਂਡ ਰੂਲਸ ਦੈਨ ਦੇ ਮੇ ਹੈਵ ਟੂ ਫੇਸ ਸੈਵਰਲ ਲੀਗਲ ਪ੍ਰੋਬਲਮਸ। ਕਹਿੰਦੇ ਕਿ ਜੇ ਉਹ ਇਹ ਉਹਦੇ ਅਕੋਰਡਿੰਗ ਨਹੀਂ ਚੱਲਦੇ, ਲਾਜ਼ ਦੇ ਅਕੋਰਡਿੰਗ, ਤਾਂ ਉਹਨਾਂ ਨੂੰ ਪ੍ਰੋਬਲਮ ਫੇਸ, ਉਹਨਾਂ ਦਾ ਬਿਜ਼ਨਸ ਫਲੋਪ ਹੋ ਸਕਦਾ। ਐਂਡ ਜੇ ਉਹਦੇ ਅਕੋਰਡਿੰਗ ਚੱਲਦੇ ਆ ਤਾਂ ਫਿਰ ਬਿਜ਼ਨਸ ਕੀ ਹੋ ਸਕਦਾ? ਓਬਵੀਅਸਲੀ ਬੈਟਰ ਹੋ ਸਕਦਾ, ਸਕਸੈਸਫੁਲ ਹੋ ਸਕਦਾ। ਫੋਰ ਐਗਜ਼ਾਮਪਲ, ਇਨ ਇੰਡੀਆ ਇਟ ਇਜ਼ ਪ੍ਰੋਹਿਬਿਟਡ ਟੂ ਐਡਵਰਟਾਈਜ਼ ਅਲਕੋਹਲਿਕ ਪ੍ਰੋਡਕਟਸ। ਕਹਿੰਦੇ ਆ ਕਿ ਇਹ ਲਾਅ ਬਣਾਇਆ ਗਿਆ ਵਾ ਕਿ ਜਿਹੜੇ ਅਲਕੋਹਲਿਕ ਪ੍ਰੋਡਕਟਸ ਆ ਉਹਨਾਂ ਨੂੰ ਪ੍ਰਮੋਟ ਨਹੀਂ ਕਰਦਾ, ਠੀਕ ਆ। ਸੋ ਇਹ ਲਾਅ ਜੇ ਕੋਈ ਬਿਜ਼ਨਸਮੈਨ ਉਹਨਾਂ ਨੂੰ ਪ੍ਰਮੋਟ ਕਰਦਾ ਹੈ, ਦੈਟ ਮੀਨਸ ਕਿ ਉਹ ਫਿਰ ਉਹਦਾ ਬਿਜ਼ਨਸ ਕੀ ਹੋ ਜਾਊਗਾ? ਬੰਦ ਹੋ ਜਾਊਗਾ, ਠੀਕ ਆ। ਮੇਨ ਐਲੀਮੈਂਟਸ ਮੈਂ ਤੁਹਾਨੂੰ ਪਹਿਲਾਂ ਸਮਝਾਏ। ਕੌਨਸਟੀਟਿਊਸ਼ਨਲ ਲਾਅ, ਕੌਨਸਟੀਟਿਊਸ਼ਨਲ ਲਾਅ ਦਾ ਮਤਲਬ ਹੁੰਦਾ ਵਾ ਕਿ ਜਿਹੜਾ ਲਾਅ ਬਣਾਇਆ ਗਿਆ, ਲਾਜ਼ ਪਾਸ ਬਾਈ ਦਾ ਗੌਰਮੈਂਟ ਨੇ ਜਿਹੜੇ ਕੋਈ ਲਾਅ ਬਣਾਏ ਨੇ। ਲਾਅ ਕੀ ਆ ਕਿ ਅਲਕੋਹਲਿਕ ਪ੍ਰੋਡਕਟਸ ਪ੍ਰੋਹਿਬਿਟਡ ਆ, ਕਿ ਨਹੀਂ ਮੰਨੇ ਜਾਂਦੇ, ਠੀਕ ਆ, ਕਿ ਉਹਨਾਂ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਇਨ ਦ ਐਡਵਰਟੀਜ਼ਮੈਂਟਸ। ਜੇ ਤੁਸੀਂ ਦੇਖੋ ਉਹਦੇ ਉੱਤੇ ਵਿੱਚ ਜੇ ਕੋਈ ਐਡਵਰਟੀਜ਼ਮੈਂਟ ਆਉਂਦੀ ਵੀ ਉਹਦੇ ਥੱਲੇ ਲਿਖਿਆ ਹੁੰਦਾ ਵਾ ਕਿ ਇਟ ਇਜ਼ ਡੇਂਜਰਸ ਫॉर ਹੈਲਥ, ਠੀਕ ਹੈ। ਲਾਅ ਮੇਡ ਸਪੈਸ਼ਲੀ ਟੂ ਰੈਗੂਲੇਟ ਬਿਜ਼ਨਸ ਐਕਟੀਵਿਟੀਜ਼। ਕੋਈ ਵੀ ਲਾਅ ਬਣਾਏ, ਜਿੱਦਾਂ ਲਾਅ ਕੀ ਬਣਾਏ, GST ਲਾਉਣੀ, ਠੀਕ ਹੈ। ਰੂਲਸ ਐਂਡ ਰੈਗੂਲੇਸ਼ਨਸ ਮੇਡ ਬਾਈ ਗਵਰਨਮੈਂਟ ਆਫਿਸਰਸ ਐਂਡ ਐਡਮਿਨਿਸਟ੍ਰੇਟਰ ਨੇ ਸਾਰਾ ਕੁਝ ਬੱਚੇ। ਡਿਸੀਜਨਸ ਮੇਡ ਬਾਈ ਦ ਜੁਡੀਸ਼ਰੀ ਮੈਂ ਤੁਹਾਨੂੰ ਹੁਣੇ ਕਿਹਾ ਨਾ ਕਿਹੜੀ? ਹਾਈ ਕੋਰਟ, ਸੁਪਰੀਮ ਕੋਰਟ। ਡਿਸੀਜਨਸ ਮੇਡ ਬਾਈ ਦ ਜੁਡੀਸ਼ਰੀ ਵਾਈਲ ਐਡਜੂਡੀਕੇਟਿੰਗ ਵੇਰੀਅਸ ਡਿਸਪਿਊਟਸ। ਡਿਸਪਿਊਟਸ ਦਾ ਮਤਲਬ ਹੁੰਦਾ ਮਸਲੇ। ਜਿੱਦਾਂ ਹੁਣ ਦੇਖੋ ਕਿ ਤੁਹਾਨੂੰ ਕੋਈ ਪ੍ਰੋਡਕਟ ਮਾੜਾ ਮਿਲ ਗਿਆ ਵਾ ਤਾਂ ਤੁਸੀਂ ਆਪਣਾ ਪ੍ਰੋਡਕਟ ਦੀ ਜਾ ਕੇ ਕੰਪਲੇਂਟ ਕਰ ਦਿੰਦੇ ਜੋ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ, ਠੀਕ ਆ। ਡਿਸੀਜਨਸ ਮੇਡ ਬਾਈ ਦ ਜੁਡੀਸ਼ੀਅਲ ਕਮਿਸ਼ਨ ਅਬਾਊਟ ਬਿਜ਼ਨਸ ਡਿਸਪਿਊਟਸ। ਕੋਈ ਵੀ ਡਿਸੀਜਨ ਮੇਡ ਕੀਤਾ, ਬਿਜ਼ਨਸ ਨੂੰ ਕੋਈ ਪ੍ਰੋਬਲਮ ਆ, ਤੇ ਉਹ ਡਿਸੀਜਨ ਕਿਹਨੇ ਦਿੱਤਾ? ਹਾਈ ਕੋਰਟ ਤੇ ਸੁਪਰੀਮ ਕੋਰਟ ਨੇ। ਦ ਪ੍ਰੈਸ਼ਰ ਕ੍ਰੀਏਟਡ ਬਾਈ ਨਾਨ ਗਵਰਨਮੈਂਟਲ ਆਰਗਨਾਈਜੇਸ਼ਨਸ ਔਨ ਦ ਬਿਜ਼ਨਸ ਆਰਗਨਾਈਜ਼ ਟੂ ਫੋਲੋ ਦ ਲਾਜ਼ ਆਫ ਦ ਲੈਂਡ। ਟੈਕਨੋਲੋਜੀਕਲ ਇਨਵਾਇਰਮੈਂਟ, ਨੈਕਸਟ ਵਨ ਇਜ਼ ਦ ਟੈਕਨੋਲੋਜੀਕਲ ਇਨਵਾਇਰਮੈਂਟ। ਤੁਹਾਨੂੰ ਵੀ ਪਤਾ ਵਾ ਕਿ ਟੈਕਨੋਲੋਜੀ ਦਾ ਮਤਲਬ ਹੀ ਕੀ ਆ। ਟੈਕਨੋਲੋਜੀ ਇਨਵਾਇਰਮੈਂਟ ਰੈਫਰਸ ਟੂ ਆਲ ਦੋਜ਼ ਟੈਕਨੋਲੋਜੀ ਮੋਡੀਫਿਕੇਸ਼ਨਸ, ਟੈਕਨੋਲੋਜੀ ਇੰਪਰੂਵਮੈਂਟਸ, ਇਨੋਵੇਸ਼ਨਸ ਵਿਚ ਅਫੈਕਟਿਵ ਬਿਜ਼ਨਸ ਐਂਟਰਪ੍ਰਾਈਜ਼ ਔਰ ਆਰਗਨਾਈਜੇਸ਼ਨ। ਕਹਿੰਦੇ ਉਹ ਸਾਰੀਆਂ ਟੈਕਨੋਲੋਜੀ ਇਨੋਵੇਸ਼ਨ, ਇੱਕ ਬਿਜ਼ਨਸ ਦੀ ਇਨੋਵੇਸ਼ਨ ਕਰ ਲਈ, ਦੂਜੇ ਨੇ ਨਹੀਂ ਕੀਤੀ, ਫਿਰ ਕਿਹੜਾ ਬਿਜ਼ਨਸਮੈਨ ਸਕਸੈਸਫੁਲ ਹੋਊਗਾ? ਜਿਹਨੇ ਇਨੋਵੇਸ਼ਨ ਕੀਤੀ ਆ, ਓਬਵੀਅਸਲੀ, ਠੀਕ ਆ। ਸੋ ਬਿਜ਼ਨਸਮੈਨ ਨੂੰ ਕਿਹਦੇ ਅਕੋਰਡਿੰਗ ਚੱਲਣਾ ਚਾਹੀਦਾ? ਇਨੋਵੇਸ਼ਨਸ ਦੇ, ਟੈਕਨੋਲੋਜੀ ਦੇ ਅਕੋਰਡਿੰਗ। ਟੈਕਨੋਲੋਜੀਕਲ ਇਨਵਾਇਰਮੈਂਟ ਇਜ਼ ਦ ਟੈਕਨੋਲੋਜੀ ਸਪੈਕਟ ਔਰ ਟੈਕਨੋਲੋਜੀਕਲ ਪਾਰਟ ਆਫ ਬਿਜ਼ਨਸ ਇਨਵਾਇਰਮੈਂਟ। ਟੈਕਨੋਲੋਜੀਕਲ ਇਨਵਾਇਰਮੈਂਟ ਇਨਕਲੂਡਸ ਫੈਕਟਰਸ ਲਾਈਕ ਮੋਡੀਫਿਕੇਸ਼ਨ ਐਂਡ ਇੰਪਰੂਵਮੈਂਟ ਇਨ ਟੈਕਨੋਲੋਜੀ, ਡਿਵੈਲਪਮੈਂਟ ਆਫ ਨਿਊ ਟੈਕਨੋਲੋਜੀ, ਨਵੀਂ ਟੈਕਨੋਲੋਜੀ ਲੈ ਕੇ ਆਉਣੀ ਚਾਹੀਦੀ, ਇਨੋਵੇਸ਼ਨ ਕਰਨੀ ਚਾਹੀਦੀ ਵੱਧ ਤੋਂ ਵੱਧ, ਡਿਵੈਲਪਮੈਂਟ ਆਫ ਸਾਇੰਟਿਫਿਕ ਮੈਥਡਸ, development of modern machinery sector. Changes in technological environment not only generate opportunities for businessmen but these pose several challenges before the business enterprises as well. That is why only that organization can survive in the long run which regularly adopt such technological changes. ਕਹਿੰਦੇ obviously ਉਹੀ organization ਇੱਕ better organization ਮੰਨੀ ਜਾਊਗੀ ਜਿਹੜੀ according to ਇਨਵਾਇਰਮੈਂਟ ਚੇਂਜ ਹੋ ਜਾਂਦੀ। ਜੇ ਟੈਕਨੋਲੋਜੀ ਚੇਂਜ ਹੁੰਦੀ ਆ ਤਾਂ ਓਬਵੀਅਸਲੀ ਆਪਣੇ ਆਪ ਨੂੰ ਵੀ ਚੇਂਜ ਕਰ ਲੈਂਦੀ ਆ, ਤਾਂ ਹੀ ਬਿਜ਼ਨਸਮੈਨ ਸਕਸੈਸਫੁਲ ਹੋਏਗਾ। ਫੋਰ ਐਗਜ਼ਾਮਪਲ, ਇਨ ਪ੍ਰੈਜ਼ੈਂਟ ਟਾਈਮਸ ਇਟ ਇਜ਼ ਹਾਈਲੀ ਅਸੈਂਸ਼ੀਅਲ ਫॉर ਐਨੀ ਬਿਜ਼ਨਸ ਐਂਟਰਪ੍ਰਾਈਜ਼ ਟੂ ਅਡੋਪਟ ਦ ਯੂਜ਼ ਆਫ ਕੰਪਿਊਟਰ। ਕਹਿੰਦੇ ਕਿ ਐਗਜ਼ਾਮਪਲ ਇਹਦੇ ਵਿੱਚ ਆ ਕਿ ਕੋਈ ਵੀ ਬਿਜ਼ਨਸਮੈਨ ਆ ਉਹਨੂੰ ਕੰਪਿਊਟਰਸ ਯੂਜ਼ ਕਰਨੇ ਆਉਣੇ ਚਾਹੀਦੇ, ਇੰਟਰਨੈਟ, ਮਲਟੀਮੀਡੀਆ ਸੈਕਟਰ ਇਨ ਇਟਸ ਰੂਟੀਨ ਫੰਕਸ਼ਨਸ, ਠੀਕ ਹੈ ਜੀ। ਮੇਨ ਐਲੀਮੈਂਟਸ ਆਫ ਟੈਕਨੋਲੋਜੀਕਲ ਇਨਵਾਇਰਮੈਂਟ, ਮੇਨ ਐਲੀਮੈਂਟਸ ਕਿਹੜੇ ਆ? ਮੋਡੀਫਿਕੇਸ਼ਨ ਐਂਡ ਇੰਪਰੂਵਮੈਂਟ ਇਨ ਟੈਕਨੋਲੋਜੀ, ਜੋ ਆਪਾਂ ਪੜ੍ਹ ਚੁੱਕੇ ਹਾਂ। ਮੋਡੀਫਿਕੇਸ਼ਨ ਦਾ ਮਤਲਬ ਇਹ ਆ ਕਿ ਨਵੀਆਂ ਟੈਕਨੋਲੋਜੀਆਂ ਲਿਆਉਣੀਆਂ, ਜਾਂ ਇੰਪਰੂਵਮੈਂਟ ਕਰਨੀ, ਉਹਦੇ ਵਿੱਚ ਨਿਊ ਟੈਕਨੋਲੋਜੀ ਲਿਆਉਣੀ, ਨਿਊ ਮੈਥਡਸ ਲਿਆ ਕੇ ਆਉਣੇ, ਜਾਂ ਮਾਡਰਨ ਮਸ਼ੀਨਰੀ ਲੈ ਕੇ ਆਉਣੀ, ਕੰਪਿਊਟਰ, ਇੰਟਰਨੈਟ, ਮਲਟੀਮੀਡੀਆ ਸੈਕਟਰ। ਆਹ ਜਿਹੜੇ ਐਲੀਮੈਂਟਸ ਆ ਜੋ ਤੁਸੀਂ ਆ ਪੈਰਾਗ੍ਰਾਫ 'ਚ ਪੜ੍ਹ ਚੁੱਕੇ ਜੋ, ਉਹੀ ਆ ਸਾਰਾ ਕੁਝ, ਠੀਕ ਹੈ ਜੀ।
कंप्यूटर्स इंटरनेट्स मल्टीमीडिया सैक्टर यूज़ करना, इंपोर्ट ऑफ मॉडर्न टैक्नोलॉजी फ्रॉम अब्रॉड के बाहरों नवी टैक्नोलॉजी लैके आनी जो बाहरले कोई यूज़ करते जे तो वो वाली टैक्नोलॉजी लैके आनी। ठीक है जी। इंपैक्ट ऑफ मॉडर्न टैक्नोलॉजी इंपोर्ट हो गया, इन्वायरमेंट कंसर्निंग R&D इन द कंट्री। R&D का मतलब होंगे रिसर्च एंड डेवलपमेंट कि तुसीं रिसर्च करनी कि केड़ी चीज़ नवी आई है केड़ी नहीं आई। ठीक है। पॉलिसी ऑफ द गवर्नमेंट टुवर्ड्स साइंटिफिक एंड टैक्नोलॉजिकल डेवलपमेंट एंड द सपोर्ट ऑफ द गवर्नमेंट इन दिस रिगार्ड ते गवर्नमेंट की पॉलिसी की है कि तुसीं वो टैक्नोलॉजी यूज़ कर सकते हो जां नहीं कर सकते। ठीक है जी। Next one is that demographic environment. Demographic environment ਦੇ ਵਿੱਚ demographic environment refers to all those forces and factors concerning the population of the country which affect business, enterprise or organization. ਕਹਿੰਦੇ demographic environment refers to all those forces and factors concerning the population of the country which affect business, enterprise or organization. ਕਹਿੰਦੇ demographic environment ਉਹ ਆ ਕਿ ਜਿਹੜਾ population all over population ਨੂੰ ਕੀ ਕਰਦਾ इफेक्ट करता है। ठीक है। डेमोग्राफिक इन्वायरमेंट इंक्लूड्स फैक्टर्स सच एज साइज, ग्रोथ रेट, ये पॉपूलेशन आ गई मतलब कितनी पॉपूलेशन आ, ग्रोथ रेट कितना वा, एज स्ट्रक्चर किन्ने एज दे लोग आ, 20 तो घट किन्ने आ, 40 तो घट किन्ने, 60 तो घट किन्ने, 100 तो वध किन्ने लोग आ। ठीक है जी। एजुकेशनल स्ट्रक्चर, कास्ट एंड रिलीजन, सैक्स कंपोजिशन ऑफ द पॉपूलेशन कि किन्ने मेल्स आ किन्ने फीमेल्स आ, फैमिली लोगों की वड्डी है छोटी, साइज, इकनॉमिक्स स्ट्रैटिफिकेशन ऑफ पॉपूलेशन एंड एजुकेशनल लैवल, कास्ट एंड रिलीजन सैक्टर, सारा कुछ डेमोग्राफिक दे विच जिहड़ा पॉपूलेशन दे नाल रिलेट करदा है। All these factors have a profound impact on the business. For example, the decline in the birth rate in many countries has affected the demand for baby products in these countries. कहंदे obviously एक environment इदा कि बर्थ रेट घट होंगे एक कंट्री दे विच, जे बर्थ रेट घट होंदे होणगे तो लोकां नूं छोटे बच्चों के प्रोडक्ट्स की जरूरत ही नहीं पैनी तो डिमांड किहदी घट जाऊगी छोटे प्रोडक्ट्स की, बेबी प्रोडक्ट्स की। इहदा मतलब जिहदा बिजनेस बेबी प्रोडक्ट्स बनाउंदा वा उन्हां दी डिमांड घट गई तो बिजनेस की हो गया, फ्लॉप हो गया। समझ आ गई। प्रोडक्ट्स डिमांड फॉर बेबी प्रोडक्ट्स इन दिस कंट्री, कॉन्सिक्वेंटली द एंटरप्राइजेस प्रोड्यूसिंग दीज प्रोडक्ट्स हैज़ टू रीफॉर्मुलेट देयर प्रोडक्ट पॉलिसी। एंड कहते कि ਜਿਹੜੇ ਉਹ प्रोडक्ट बनाउंदे उन्हां नूं कोई होर प्रोडक्ट बनाउणा पऊगा अडल्टली। ठीक है। कि बेबीज़ लिए नहीं बनाउणगे कोई होर बनाउणगे, जे वो बेबीज़ का बनाउणगे तो बेबीज़ के प्रोडक्ट की डिमांड नहीं हैगी, इहदे नाल की होगा उन्हां दा बिजनेस की हो जाऊगा, फ्लॉप हो जाऊगा। हुण इहदे विच वेखो मेन एलीमेंट्स आ साइज़ ऑफ पॉपूलेशन जो आप पढ़ चुके, कितना साइज़ आ, ग्रोथ की आ, कंपोजिशन ऑफ पॉपूलेशन किन्ने एज दे आ लोग, सैक्स मेल आ या फीमेल, किन्ने रूरल च रहिंदे, किन्ने पिंडां च रहिंदे, किन्ने शहरां च रहिंदे, सोशल फीचर्स ऑफ पॉपूलेशन, लिटरेसी रेट, किन्ने लोग पढ़े लिखे, पॉपूलेशन एंड अवेलेबिलिटी ऑफ लेबर की किन्नी पॉपूलेशन है तो किन्नी लेबर मिल सकती। दैट्स ऑल फॉर टुडे बच्चे।